ਨਮਸਕਾਰ, ਮੈਂ ਹਾਂ ਸੁਨੀਲ ਕੁਕਰੇਤੀ। ਸਵਾਗਤ ਕਰਦਾ ਹਾਂ ਤੁਹਾਡਾ ਸਾਡੇ ਅੱਜ ਦੇ ਕਾਰਜਕ੍ਰਮ ਵਿੱਚ ਸਿੱਧੀ ਬਾਤ ਵਿੱਚ। ਪੰਜਾਬ ਦੇ ਵਿੱਚ ਚੁਣਾਵੀ ਬਿਗੁਲ ਵੱਜ ਚੁੱਕਿਆ ਹੈ। 2022 ਦੀਆਂ ਜਿਹੜੀ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਅਤੇ ਸਾਡੇ ਇਸ ਕਾਰਜਕ੍ਰਮ ਦੇ ਵਿੱਚ ਅਸੀਂ ਰਾਜਨੀਤੀ ਨਾਲ ਜੁੜੇ ਹੋਏ ਧੁਰੰਧਰਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ, ਦੱਸਾਂਗੇ ਕਿ ਕੀ ਉਹਨਾਂ ਨੇ ਉਹਨਾਂ ਦਾ ਰਿਪੋਰਟ ਕਾਰਡ ਕੀ ਰਿਹਾ ਹੈ ਪੂਰੇ ਸਾਲ ਦੇ ਵਿੱਚ, ਚਾਹੇ ਉਹ ਕਿਸੇ ਵੀ ਪਾਰਟੀ ਦੇ ਰਾਜਨੀਤਿਕ ਲੋਕ ਹੋਣ। ਅੱਜ ਦੇ ਸਾਡੇ ਕਾਰਜਕ੍ਰਮ ਦੇ ਵਿੱਚ ਸਾਡੇ ਨਾਲ ਇਸ ਵੇਲੇ ਜੁੜੇ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਮੈਂਬਰ ਨੇ ਅਤੇ ਇਸ ਵੇਲੇ ਗੜ੍ਹਸ਼ੰਕਰ ਵਿਧਾਨ ਸਭਾ ਸੀਟ ਤੋਂ ਪ੍ਰਬਲ ਜਿਹੜੇ ਦਾਅਵੇਦਾਰ ਮੰਨੇ ਜਾਂਦੇ ਨੇ ਉਹਨਾਂ ਨਾਲ ਗੱਲ ਕਰਦੇ ਹਾਂ। ਰਜਿੰਦਰ ਜੀ, ਸਭ ਤੋਂ ਪਹਿਲਾਂ ਮੇਰਾ ਸਵਾਲ ਤੁਹਾਡੇ ਨਾਲ ਇਹ ਹੈ ਕਿ 2022 ਦੇ ਚੁਣਾਵਾਂ ਦਾ ਬਿਗੁਲ ਵੱਜ ਚੁੱਕਿਆ ਹੈ। ਚੁਣਾਵ ਆਯੋਗ ਨੇ ਚੁਣਾਵ ਦੀ ਘੋਸ਼ਣਾ ਕਰ ਦਿੱਤੀ ਹੈ। ਬਿਲਕੁਲ ਜੀ। 2017 ਦੇ ਵਿੱਚ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਇਲੈਕਸ਼ਨ ਲੜਿਆ ਸੀਗਾ, ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮਿਲ ਕੇ ਲੜਿਆ ਸੀ ਅਤੇ ਜਿਹਦੇ ਨਤੀਜਿਆਂ ਵਿੱਚ 23 ਦੇ ਵਿੱਚੋਂ 3 ਸੀਟਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਨੂੰ ਮਿਲੀਆਂ ਸੀ। ਐਗਜ਼ੈਕਟਲੀ। ਲੇਕਿਨ 2022 ਦੇ ਵਿੱਚ ਚੁਣੌਤੀਆਂ ਬਹੁਤ ਜ਼ਿਆਦਾ ਨੇ। ਕਿਸਾਨ ਅੰਦੋਲਨ ਵੀ ਰਿਹਾ ਅਤੇ ਕਈ ਉਤਾਰ ਚੜਾਅ ਭਾਰਤੀ ਜਨਤਾ ਪਾਰਟੀ ਨੇ ਵੇਖੇ ਨੇ। ਕੀ ਲੱਗਦਾ ਹੈ ਤੁਹਾਡੇ ਸਾਹਮਣੇ ਕੀ ਚੁਣੌਤੀਆਂ ਹੋਣੀਆਂ ਇਸ ਵਾਰ? ਦੇਖੋ, ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਾਡੀ ਸੁਨੀਲ ਜੀ ਜਿਹੜੀ ਸਾਂਝ ਸੀਗੀ, ਉਹ ਮੋਟੇ ਤੌਰ ਦੇ ਉੱਪਰ ਜਿਹੜੀ ਆ ਉਹ ਇੱਕ ਰਾਜਨੀਤਿਕ ਸਾਂਝ ਨਹੀਂ ਸੀਗੀ, ਸਮਾਜਿਕ ਸਾਂਝ ਸੀਗੀ। ਇਹਦਾ ਮਤਲਬ ਇਹ ਹੈਗਾ ਕਿ ਆਪਾਂ ਉਹਦੇ ਵਿੱਚ ਰਾਜਨੀਤੀ ਕਰਕੇ ਕੋਈ ਵੱਧ ਸੀਟਾਂ ਨਹੀਂ ਲੈਣਾ ਚਾਹੁੰਦੇ ਸੀਗੇ ਔਰ ਸੱਤਾ ਹਥਿਆਣਾ ਨਹੀਂ ਚਾਹੁੰਦੇ ਸੀਗੇ। ਸਾਡਾ ਮਕਸਦ ਜਿਹੜਾ ਸੀਗਾ ਉਹ ਸਿਰਫ ਸਮਾਜਿਕ ਸਾਂਝ ਸੀਗੀ, ਕਿਉਂਕਿ 80 ਦੇ ਦਸ਼ਕ ਦੇ ਵਿੱਚ ਪੰਜਾਬ ਦੇ ਵਿੱਚ ਅੱਤਵਾਦ ਰਿਹਾ, ਜਿਸ ਦੇ ਕਰਕੇ ਇੱਕ ਅਵਿਸ਼ਵਾਸ ਦੀ ਸਥਿਤੀ ਜਿਹੜੀ ਹੈ ਪੰਜਾਬੀਆਂ ਦੇ ਵਿੱਚ ਆ ਗਈ ਸੀਗੀ। ਉਸੀ ਗੱਲ ਨੂੰ ਕਵਰ ਕਰਨ ਦੇ ਲਈ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ 20% ਸੀਟਾਂ ਤੋਂ ਥੱਲੇ ਜਿਹੜੀ ਸੀਟਾਂ ਹੈਗੀਆਂ ਉਹਦੇ ਉੱਪਰ ਅਸੀਂ ਉਹਨਾਂ ਦੇ ਨਾਲ ਸਿਰਫ 23 ਸੀਟਾਂ ਦੇ ਉੱਪਰ ਆਪਾਂ ਗਠਬੰਧਨ ਕੀਤਾ ਔਰ ਉਸ ਦੇ ਵਿੱਚ 3 ਸੀਟਾਂ ਦੀ ਜਿਹੜੀ ਤੁਸੀਂ ਆਪਾਂ ਗੱਲ ਕਰ ਰਹੇ ਹਾਂ, ਮੈਂ ਸਪਸ਼ਟ ਕਰ ਦੇਣਾ ਚਾਹਾਂਗਾ ਕਿ ਅਸੀਂ 23 ਦੇ ਵਿੱਚੋਂ 19 ਸੀਟਾਂ ਵੀ 2007 ਦੇ ਵਿੱਚ ਜਿੱਤੇ। ਇਸ ਦਾ ਮਤਲਬ ਇਹ ਹੈ ਅਸੀਂ 82% ਆਪਣੇ ਕੋਟੇ ਦੀਆਂ ਸੀਟਾਂ ਜਿੱਤੇ ਸੀਗੇ ਅਤੇ ਉਹਨਾਂ ਨੇ ਆਪਣੀਆਂ 97 ਸੀਟਾਂ ਦੇ ਵਿੱਚੋਂ 48 ਸੀਟਾਂ ਜਿੱਤੀਆਂ, ਜਿਹੜੀਆਂ ਕਿ 49% ਬਣਦੀਆਂ। ਫਿਰ ਵੀ ਅਸੀਂ ਉਹਦੇ ਵਿੱਚ ਭਾਗੀਦਾਰ ਰਹੇ, ਕਿਉਂਕਿ ਸਾਡਾ ਮੁੱਖ ਲਕਸ਼ ਜਿਹੜਾ ਹੈ ਉਹ ਇਹ ਸੀਗਾ ਕਿ ਅਸੀਂ ਸੱਤਾ ਦੇ ਵਿੱਚ ਨਹੀਂ ਆਉਣਾ, ਅਸੀਂ ਸਮਾਜਿਕ ਜਿਹੜੇ ਆਪਣਾ ਜ਼ਿੰਮੇਵਾਰੀ ਹੈ ਉਹ ਨਿਭਾ ਕੇ ਭਾਈਚਾਰੇ ਦੀ ਜਿਹੜੀ ਇੱਕ ਸਾਂਝ ਹੈਗੀ ਆ ਉਹਨੂੰ ਅੱਗੇ ਵਧਾਉਣਾ ਹੈ। ਲੇਕਿਨ 2022 ਦੇ ਇਲੈਕਸ਼ਨਾਂ ਵਿੱਚ ਕੀ ਚੁਣੌਤੀਆਂ ਨੇ? 2022 ਦੇ ਇਲੈਕਸ਼ਨ ਦੇ ਵਿੱਚ ਜਿਹੜੀ ਹੈਗੀ ਹੈ ਸਭ ਤੋਂ ਵੱਡੀ ਤਾਂ ਇੱਕ ਇਕੋਨਮੀ ਦੀ ਸਥਿਤੀ ਹੈਗੀ ਆ ਔਰ ਇੱਕ ਇਹ ਲਗਾ ਲਓ ਕਿ ਆਪਸ ਦੇ ਭਾਈਚਾਰੇ ਦੀ ਸਥਿਤੀ ਹੈਗੀ ਆ। ਇਹਨਾਂ ਨੂੰ ਅਸੀਂ ਐਡਰੈਸ ਕਰ ਰਹੇ ਹਾਂ ਔਰ ਇਹੀ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪੰਜਾਬ ਮਾਡਲ ਹੈ ਉਹ ਇਕੋਨਮੀ ਔਰ ਆਪਸ ਦੇ ਭਾਈਚਾਰੇ ਦਾ ਹੈਗਾ। 2 ਸ਼ਬਦਾਂ ਦੇ ਵਿੱਚ ਲੇਕਿਨ ਜਿਹੜਾ ਅਕੇਲੇ ਲੜਨਾ ਉਹਦੇ ਬਾਰੇ ਗੱਲ ਕਰ ਰਹੇ ਸੀ। ਅਕੇਲੇ ਚੁਣਾਵ ਲੜਨਾ ਕਿੰਨਾ ਕੁ ਮੁਸ਼ਕਿਲ ਲੱਗ ਰਿਹਾ ਹੈ ਜਾਂ ਕਿੰਨਾ ਕੁ ਚੁਣੌਤੀ ਭਰਾ ਲੱਗ ਰਿਹਾ ਹੈ? ਦੇਖੋ, ਭਾਰਤੀ ਜਨਤਾ ਪਾਰਟੀ ਲਈ ਇਹ ਕੋਈ ਚੁਣੌਤੀ ਨਹੀਂ ਹੈਗੀ ਆ। ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਹੈਗੀ ਹੈ। ਉਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਕਿਸੇ ਟਾਈਮ ਦੇਸ਼ ਦੇ ਵਿੱਚ ਸਿਰਫ 2 ਸੀਟਾਂ ਸੀਗੀਆਂ ਉਹਨਾਂ ਦੀਆਂ। ਅੱਜ ਭਾਰਤੀ ਜਨਤਾ ਪਾਰਟੀ ਰਾਸ਼ਟਰੀ ਸਤਰ ਦੇ ਉੱਪਰ ਸਭ ਤੋਂ ਵੱਡੀ ਪਾਰਟੀ ਹੈਗੀ ਔਰ ਸੱਤਾ ਦੇ ਉੱਪਰ ਪਿਛਲੇ 8 ਸਾਲਾਂ ਤੋਂ ਕਾਬਜ਼ ਹੈਗੀ ਹੈ। ਤਾਂ ਹੀ ਕੋਈ ਵੱਡੀ ਸਥਿਤੀ ਨਹੀਂ ਹੈਗੀ ਆ, ਕੋਈ ਜ਼ਿਆਦਾ ਚੇਂਜ ਨਹੀਂ ਹੈ ਔਰ ਜ਼ਿਆਦਾਤਰ ਜਿਹੜੇ ਵੀ ਰਾਜ ਹੈਗੇ ਉਹਦੇ ਵਿੱਚ ਅਸੀਂ ਦੂਸਰੀਆਂ ਪਾਰਟੀਆਂ ਦਾ ਸਫਾਇਆ ਕਰਕੇ ਇੱਕ ਰਾਸ਼ਟਰੀ ਪਾਰਟੀ ਦਾ ਉਦੈ ਕਰ ਚੁੱਕੇ ਹੈਗੇ। ਰਵਿੰਦਰ ਜੀ, ਪਿਛਲੇ ਸਾਲ ਜਦੋਂ ਕਿਸਾਨੀ ਅੰਦੋਲਨ 3 ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀਗਾ, ਕਾਫੀ ਵੱਡੇ ਪੱਧਰ 'ਤੇ ਕਿਸਾਨੀ ਅੰਦੋਲਨ ਹੋਇਆ। ਤੁਸੀਂ ਦੇਖਿਆ ਦਿੱਲੀ ਦੀ ਬਰੂਹਾਂ ਦੇ ਵਿੱਚ ਕਿਸਾਨ ਘਰ-ਬਾਰ ਛੱਡ ਕੇ ਬੈਠੇ ਰਹੇ ਨੇ। ਉਸ ਤੋਂ ਬਾਅਦ ਇੱਕ ਸਵਾਲ ਮੇਰਾ ਤੁਹਾਡੇ ਨਾਲ ਇਹ ਹੈ ਕਿ ਜਿਸ ਵੇਲੇ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਹੋਈ ਸੀ, ਜੇਕਰ ਪੰਜਾਬ ਦੀ ਭਾਜਪਾ ਲੀਡਰਸ਼ਿਪ ਕਿਸਾਨਾਂ ਨੂੰ ਸਮਝਾ ਸਕਦੀ ਵਧੀਆ ਤਰੀਕੇ ਨਾਲ ਸ਼ੁਰੂਆਤ ਦੇ ਵਿੱਚ ਹੀ, ਅਤੇ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਇਹ ਕਿਸਾਨੀ ਅੰਦੋਲਨ ਐਡਾ ਵੱਡਾ ਚੱਲਦਾ। ਕੀ ਲੱਗਦਾ ਕਿਤੇ ਕਮੀ ਰਹਿ ਗਈ ਸੀ ਭਾਜਪਾ ਲੀਡਰਸ਼ਿਪ ਵੱਲੋਂ ਸਮਝਾਉਣ ਦੇ ਵਾਸਤੇ? ਦੇਖੋ, ਭਾਰਤੀ ਜਨਤਾ ਪਾਰਟੀ ਦਾ ਜਿਹੜਾ ਉਦੇਸ਼ ਹੈਗਾ ਆ ਉਹ ਮੇਨ ਮਕਸਦ ਇਹ ਸੀਗਾ ਕਿ ਕਿਸਾਨੀ ਕਾਨੂੰਨ ਲੈ ਕੇ ਆਪਰੇਸ਼ਨਲ ਐਫੀਸ਼ੀਐਂਸੀ ਵਧਾਈ ਜਾਵੇ, ਕਿਉਂਕਿ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਿਹੜੀ ਆਪਰੇਸ਼ਨਲ ਐਫੀਸ਼ੀਐਂਸੀ ਆ 1 ਏਕੜ ਦੇ ਵਿੱਚੋਂ ਅਸੀਂ 30-35 ਕੁਇੰਟਲ ਜਿਹੜਾ ਅਨਾਜ ਕੱਢਦੇ ਹਾਂ, ਜਦੋਂ ਕਿ ਅਗਰ ਅਸੀਂ ਵਿਕਸਿਤ ਦੇਸ਼ਾਂ ਦੀ ਗੱਲ ਕਰੀਏ ਤਾਂ ਉੱਥੇ ਉਹ 90 ਕੁਇੰਟਲ ਕੱਢਦੇ 1 ਏਕੜ ਦੇ ਵਿੱਚੋਂ, ਮਤਲਬ 3 ਗੁਣਾ ਦਾ ਫਰਕ ਹੈਗਾ। ਅਤੇ ਉਸੀ ਐਫੀਸ਼ੀਐਂਸੀ ਨੂੰ ਵਧਾ ਕੇ ਸੈਲਫ ਡਿਪੈਂਡੈਂਸ ਔਰ ਦੂਸਰੀ ਗੱਲ ਇਹ ਹੈ ਕਿ ਕਿਸਾਨਾਂ ਨੂੰ ਖੁਸ਼ਹਾਲ ਕਰਨ ਦਾ ਸਾਡਾ ਮਕਸਦ ਸੀਗਾ। ਲੇਕਿਨ ਆਪਾਂ ਸਮਝਾਉਣ ਵਿੱਚ ਕਿੱਥੇ ਨਾਕਾਮਯਾਬ ਰਹੇ ਹਾਂ? ਸਮਝਾਉਣ ਦੇ ਵਿੱਚ ਨਾਕਾਮਯਾਬ ਆਪਾਂ ਇਸ ਤਰ੍ਹਾਂ ਤੇ ਆਪਾਂ ਨਾਕਾਮਯਾਬ ਨਹੀਂ ਹੋਏ ਹਾਂ, ਲੇਕਿਨ ਸਾਰੀ ਦੀ ਸਾਰੀ ਪਾਰਟੀਆਂ, ਜਿੰਨੀਆਂ ਵੀ ਪਾਰਟੀਆਂ ਇਹਦੇ ਵਿੱਚ ਭਾਗੀਦਾਰ ਸੀਗੀਆਂ, ਸਾਰੀਆਂ ਨੇ ਹੀ ਅਸੀਂ ਨੈਸ਼ਨਲ ਲੈਵਲ ਦੇ ਉੱਪਰ ਕਿਸੇ ਦੀ ਵੀ ਗੱਲ ਕਰੀਏ, ਸਾਰਿਆਂ ਨੇ ਇਸ ਬਿੱਲ ਨੂੰ ਕਿਤੇ ਨਾ ਕਿਤੇ ਸਪੋਰਟ ਕੀਤਾ ਸੀਗਾ ਜਾਂ ਆਪਣੇ ਏਜੰਡੇ ਦੇ ਵਿੱਚ ਉਹਨਾਂ ਦਾ ਸ਼ਾਮਿਲ ਸੀਗਾ। 9 ਮਹੀਨੇ ਤੱਕ ਇਹ ਜਿਹੜਾ ਸੀਗਾ ਅੰਦੋਲਨ ਚੱਲਦਾ ਰਿਹਾ ਹੈ,
ਕਿਸਾਨ ਬਾਰ-ਬਾਰ ਪ੍ਰਦਰਸ਼ਨ ਕਰਦੇ ਸੀਗੇ। ਜਿੰਨੇ ਵੀ ਭਾਰਤੀ ਜਨਤਾ ਪਾਰਟੀ ਦੇ ਕਾਰਿਆਕਰਮ ਹੁੰਦੇ ਸੀ ਉਹ ਨਹੀਂ ਹੋਣ ਦਿੰਦੇ ਸੀਗੇ। ਅਤੇ ਅਸੀਂ ਦੇਖਿਆ ਹੈ, ਸਾਰਿਆਂ ਨੇ ਦੇਖਿਆ, ਟੀਵੀ ਦੇ ਵਿੱਚ ਵੀ ਦੇਖਿਆ ਹੈ, ਹੋਰ ਚੈਨਲਾਂ ਦੇ ਮਾਧਿਅਮ ਨਾਲ ਦੇਖਿਆ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂ ਸੀ ਉਹ ਲੁਕ ਛਿਪ ਕੇ ਦੌੜਦੇ ਸੀਗੇ ਪਿੱਛੋਂ ਆਪਣੇ ਕਾਰਿਆਕਰਮ ਦੇ ਵਿੱਚੋਂ। ਤਾਂ ਅਗਰ ਇਸ ਚੀਜ਼ ਸਮਝਾਈ ਹੋਵੇ ਅਸੀਂ, ਜਿੱਦਾਂ ਹੁਣ ਤੁਸੀਂ ਸਮਝਾ ਰਹੇ ਹੋ ਸਾਨੂੰ, ਤਾਂ ਸ਼ਾਇਦ ਕੁਝ ਹੋਰ ਨਾ ਹੁੰਦਾ ਇਸ ਵੇਲੇ ਰੂਪ। ਦੇਖੋ, ਭਾਰਤੀ ਜਨਤਾ ਪਾਰਟੀ ਦੇ ਹਰ ਕਾਰਿਆਕਰਤਾ ਨੇ ਔਰ ਕੇਂਦਰੀ ਸਤਰ ਦੇ ਉੱਪਰ ਵੀ ਹਰ ਇੱਕ ਲੀਡਰ ਨੇ ਜਿਹੜਾ ਹੈ ਆਪਣਾ ਪੂਰਾ ਪ੍ਰयास ਕੀਤਾ ਹੈ। ਔਰ ਇਸੇ ਕਰਕੇ ਕੀ ਹੈਗਾ, ਅਗਰ ਮੈਂ ਆਪਣੀ ਨਿੱਜੀ ਤੌਰ ਦੇ ਉੱਪਰ ਗੱਲ ਕਰਾਂ ਤਾਂ ਮੈਂ ਖੁਦ ਇੱਕ ਹਫ਼ਤਾ ਜਾ ਕੇ ਦਿੱਲੀ ਦੇ ਵਿੱਚ ਰਿਹਾ ਹਾਂ। ਈਵਨ ਅਖੰਡ ਕੇਸਰੀ ਜਿਹੜਾ ਤੁਹਾਡਾ ਆਪਣਾ ਚੈਨਲ ਹੈਗਾ ਆ ਰਾਸ਼ਟਰੀ ਸਤਰ ਦੇ ਉੱਪਰ, ਉਸ ਚੈਨਲ ਨੇ ਵੀ ਉੱਧਰ ਇੱਕ ਹਫ਼ਤਾ ਜਾ ਕੇ ਰਿਪਰੈਜ਼ੈਂਟ ਕੀਤਾ ਔਰ ਸਾਡੀ ਉਸ ਟਾਈਮ ਵੀ ਗੱਲ ਹੋਈ ਸੀਗੀ ਤੇ ਸਾਡੇ ਪ੍ਰयास ਰਹੇ ਨੇ। ਲੇਕਿਨ ਕੀ ਹੈਗਾ ਕਿ ਕਾਂਗਰਸ ਵੱਲੋਂ ਜਿਹੜਾ ਮਿਸਗਾਈਡ ਕੀਤਾ ਗਿਆ, ਜਿਸ ਕਰਕੇ ਕੀ ਹੈਗਾ ਕਿ ਅਸੀਂ ਆਪਣੀ ਪ੍ਰੋਪਰ ਜਿਹੜੀ ਹੈ ਗੱਲ ਨਹੀਂ ਪਹੁੰਚਾ ਪਾਏ। ਦੂਸਰੀ ਕਾਰਨ ਇਹ ਹੈਗਾ ਕਿ ਸਾਰੀ ਪਾਰਟੀਆਂ ਨੇ ਜਦੋਂ ਕਿਤੇ ਨਾ ਕਿਤੇ ਇਸ ਗੱਲ ਦਾ ਸਪੋਰਟ ਕੀਤਾ ਕਿ ਅਸੀਂ ਕਿਸ ਤਰ੍ਹਾਂ ਤੇ ਅਸੀਂ ਇਸ ਬਿੱਲ, ਉਹਨਾਂ ਨੇ ਬਿੱਲ ਦਾ ਹਮੇਸ਼ਾ ਸਪੋਰਟ ਕੀਤਾ, ਲੇਕਿਨ ਮੌਕੇ ਸਿਰ ਸਾਰੀਆਂ ਪਾਰਟੀਆਂ ਨੇ ਰਾਜਨੀਤੀ ਸ਼ੁਰੂਆਤ ਵਿੱਚ ਸਾਰੇ ਨੇ ਕੀਤਾ ਸੀ। ਜਿਸ ਦੇ ਕਰਕੇ ਅਸੀਂ ਥੋੜ੍ਹਾ ਜਿਹਾ ਬੈਕਫੁੱਟ ਤੇ ਜ਼ਰੂਰ ਰਹੇ ਹਾਂ। ਆਪਾਂ ਇਸ ਗੱਲ ਤੇ ਇਨਕਾਰ ਨਹੀਂ ਕਰ ਸਕਦੇ। ਹੁਣ ਗੱਲ ਕਰੀਏ ਰਵਿੰਦਰ ਜੀ ਤੁਹਾਡੀ, ਤੁਸੀਂ ਗੜ੍ਹਸ਼ੰਕਰ ਸੀਟ ਤੋਂ ਵਿਧਾਨ ਸਭਾ ਚੋਣਾਂ ਲੜਨ ਵਾਸਤੇ ਆਪਣਾ ਦਾਅਵਾ ਪੇਸ਼ ਕੀਤਾ ਹੈ। ਬਿਲਕੁਲ। ਜਦਕਿ 2002 ਦੇ ਵਿੱਚ ਅਵਿਨਾਸ਼ ਰਾਏ ਖੰਨਾ ਜਿਹੜੇ ਪੰਜਾਬ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ ਅਤੇ ਇਸ ਸਮੇਂ ਮੈਂਬਰ ਪਾਰਲੀਮੈਂਟ ਨੇ ਰਾਜ ਸਭਾ ਤੋਂ, ਉਹਨਾਂ ਦਾ ਗ੍ਰਹਿ ਸਥਾਨ ਨੇ, ਉਹਨਾਂ ਨੇ 2002 ਵਿੱਚ ਉੱਥੋਂ ਚੁਣਾਵ ਜਿੱਤਿਆ ਸੀ। ਉਸ ਤੋਂ ਬਾਅਦ ਮਹਿੰਦਰ ਰਾਮ ਜੀ ਨੇ 2007 ਦੇ ਵਿੱਚ ਉੱਥੋਂ ਦੀ ਚੋਣਾਂ ਲੜੀਆਂ, ਜਿਹਦੇ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ। ਲੇਕਿਨ ਉਸ ਤੋਂ ਬਾਅਦ ਕੀ ਹੈ, ਇਹ ਸੀਟ ਜਿਹੜੀ ਹੈ ਭਾਜਪਾ ਨੇ ਅਕਾਲੀ ਦਲ ਦੀ ਝੋਲੀ ਵਿੱਚ ਪਾਤੀ ਸੀਗੀ। ਹੁਣ ਜਦੋਂ ਅਕਾਲੀ ਦਲ ਦੇ ਨਾਲ ਤੁਹਾਡੇ ਦੋਸਤੀ ਯਾਰੀ ਟੁੱਟ ਗਈ ਹੈ, ਜਿਹਨੂੰ ਕਹਿ ਸਕਦੇ ਆਪਾਂ, ਉਸ ਤੋਂ ਬਾਅਦ 2022 ਦੇ ਵਿੱਚ ਹੁਣ ਦੁਬਾਰਾ ਜਦੋਂ ਇਲੈਕਸ਼ਨ ਭਾਜਪਾ ਲੜਨਾ ਚਾਹੁੰਦੀ ਹੈ, ਤਾਂ ਤੁਹਾਡੇ ਵਿੱਚ ਐਸੀ ਕਿਹੜੀ ਖੂਬੀ ਹੈ ਜਾਂ ਕਿਹੜੀ ਕਾਬਲੀਅਤ ਹੈ ਜਿਹੜੀ ਭਾਜਪਾ ਉੱਥੇ ਦੇ ਪੁਰਾਣੇ ਟਕਸਾਲੀ ਨੇਤਾਵਾਂ ਨੂੰ ਛੱਡ ਕੇ ਤੁਹਾਨੂੰ ਟਿਕਟ ਦੇਵੇ? ਹਾਂਜੀ ਸੁਨੀਲ ਜੀ, ਇੱਦਾਂ ਹੈਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਇੱਕ ਲੋਕਤੰਤਰਿਕ ਪਾਰਟੀ ਹੈ ਔਰ ਸਾਡੇ ਜਿਹੜਾ ਹੈਗਾ ਉਹ ਇੰਟਰਨਲ ਡੈਮੋਕ੍ਰੇਸੀ ਹੈਗੀ ਹੈ। ਇਸ ਦੇ ਵਿੱਚ ਹਰ ਇੱਕ ਕੌਂਸਟੀਚੁਐਂਸੀ ਦੇ ਵਿੱਚ 1.5 ਲੱਖ ਵੋਟਰ ਹੁੰਦਾ ਹੈ ਔਰ ਹਰ ਇੱਕ ਵੋਟਰ ਦੇ ਵਿੱਚੋਂ ਕਿਸੇ ਵੀ ਵੋਟਰ ਦਾ ਹੱਕ ਹੈਗਾ ਕਿ ਉਹ ਆਪਣੀ ਨੋਮੀਨੇਸ਼ਨ ਦੇ ਸਕੇ। ਜਿੱਥੇ ਤੱਕ ਮੇਰੀ ਜੜ੍ਹਾਂ ਦੀ ਗੱਲ ਹੈਗੀ ਆ, ਤਾਂ ਮੇਰਾ ਬੇਸ਼ੱਕ ਮੇਰੇ ਪੇਰੈਂਟਸ ਦੇ ਕਰਕੇ, ਕਿਉਂਕਿ ਮੇਰੇ ਪੇਰੈਂਟਸ ਜਿਹੜੇ ਸੀਗੇ ਉਹ ਆਰਮੀ ਦੇ ਵਿੱਚ ਸੀਗੇ, ਮੇਰੇ ਫਾਦਰ, ਜਿਸ ਦੇ ਕਰਕੇ ਅਸੀਂ ਰਿਟਾਇਰਮੈਂਟ ਤੋਂ ਬਾਅਦ ਉਹ ਜਲੰਧਰ ਸੈਟਲ ਹੋ ਗਏ। ਅਦਰਵਾਈਜ਼ ਜਿਹੜਾ ਮੇਰਾ ਮੂਲ ਸਥਾਨ ਹੈਗਾ ਆ ਉਹ ਰਾਮਪੁਰ ਬਿਰੜੋਂ ਆ। ਮੇਰਾ ਜਨਮ ਸਥਾਨ ਵੀ ਜਿਹੜਾ ਹੈ ਰਾਮਪੁਰ ਬਿਰੜੋਂ ਹੈਗਾ ਆ ਔਰ ਸਾਡੇ ਫੋਰ ਫਾਦਰਸ ਵਗੈਰਾ ਜਿਹੜੇ ਹੈਗੇ ਨੇ ਉਹ ਸਾਰੇ ਰਾਮਪੁਰ ਬਿਰੜੋਂ ਤੇ ਹੈ। ਪਰ ਤੁਹਾਡੇ ਵਿੱਚ ਕੀ ਅਲੱਗ ਹੈ ਜਿਹੜਾ ਤੁਹਾਨੂੰ ਪਾਰਟੀ ਟਿਕਟ ਦੇਗੀ ਉੱਥੇ ਦੇ ਲੋਕਲ ਜਿਹੜੇ ਆਗੂਆਂ ਤੋਂ ਇਲਾਵਾ? ਦੇਖੋ, ਗੱਲ ਇੱਦਾਂ ਹੈਗਾ ਕਿ ਇਹ ਜਿਸ ਤਰ੍ਹਾਂ ਤੇ ਮੈਂ ਤੁਹਾਡੇ ਗੱਲ ਕੀਤੀ ਹੈ ਕਿ ਹਰ ਇੱਕ ਪਾਰਟੀ ਦੇ ਕਾਰਿਆਕਰਤਾ ਦਾ ਇਹ ਇੱਕ ਰਾਈਟ ਹੈਗਾ ਆ ਕਿ ਉਹ ਟਿਕਟ ਮੰਗ ਸਕਦਾ ਆ। ਜਿੱਧਰ ਤੱਕ ਮੇਰੇ ਵਿੱਚ ਅਲੱਗ ਹੋਣ ਦੀ ਗੱਲ ਹੈ, ਤਾਂ ਗੱਲ ਇਹ ਪਾਰਟੀ ਨੇ ਤੈਅ ਕਰਨਾ ਕਿ ਕਿਹੜਾ ਕੈਂਡੀਡੇਟ ਉੱਥੇ ਜਿੱਤ ਸਕਦਾ ਹੈ। ਜਦੋਂ ਮੈਂ ਆਪਣੀ ਗੱਲ ਕਰਦਾ ਤਾਂ ਮੇਰਾ ਘੱਟੋ ਘੱਟ 25 ਸਾਲ ਦਾ ਤਜਰਬਾ ਹੈਗਾ ਆ ਭਾਰਤੀ ਜਨਤਾ ਪਾਰਟੀ ਦੇ ਵਿੱਚ, ਜਲੰਧਰ ਦੇ ਵਿੱਚ ਕੰਮ ਕਰਨ ਦਾ। ਮੈਂ ਸੰਗਠਨ ਦੇ ਹਰ ਸਤਰ ਦੇ ਉੱਪਰ ਕੰਮ ਕੀਤਾ, ਵਾਰਡ ਸਤਰ ਦੇ ਉੱਪਰ, ਮੰਡਲ ਸਤਰ ਦੇ ਉੱਪਰ, ਜ਼ਿਲ੍ਹਾ ਸਤਰ ਦੇ ਉੱਪਰ, ਔਰ ਅੱਜ ਮੈਂ ਪ੍ਰਦੇਸ਼ ਕਾਰਜਕਾਰਨੀ ਦਾ ਵੀ ਮੈਂਬਰ ਹੈ। ਤਾਂ ਮੇਰਾ ਇੱਕ ਅਨੁਭਵ ਹੈਗਾ। ਮੈਂ ਇਹ ਚਾਹੁੰਦਾ ਕਿ ਉਸ ਅਨੁਭਵ ਨੂੰ ਜਿਹੜਾ ਹੈਗਾ ਉਹ ਅਸੀਂ ਲੋਕਾਂ ਦੇ ਹਿੱਤ ਦੇ ਲਈ ਪਾਰਟੀ ਲਗਾ ਸਕੇ। ਇਹ ਸਾਡੀ ਜ਼ਿੰਮੇਵਾਰੀ ਹੈ ਸਾਰਿਆਂ ਦੀ। ਤੇ ਤੁਹਾਨੂੰ ਪਾਰਟੀ ਟਿਕਟ ਦੇਗੀ? ਦੇਖੋ, ਪਾਰਟੀ ਟਿਕਟ ਦਿੰਦੀ ਆ। ਪਾਰਟੀ ਨੇ ਨਰਿੰਦਰ ਮੋਦੀ, ਉਹਨਾਂ ਨੂੰ ਟਿਕਟ ਦਿੱਤੀ, ਉਹਨਾਂ ਨੂੰ ਪ੍ਰਾਈਮ ਮਿਨਿਸਟਰ ਬਣਾਇਆ, ਜਿਹੜਾ ਕਦੀ ਸੋਚ ਨਹੀਂ ਸਕਦੇ ਸੀਗੇ। ਇਸੇ ਤਰ੍ਹਾਂ ਤੇ ਅਗਰ ਅਸੀਂ ਯੋਗੀ ਦੀ ਗੱਲ ਕਰੀਏ, ਉਹਨਾਂ ਨੂੰ ਟਿਕਟ ਦਿੱਤੀ, ਉਹਨਾਂ ਨੂੰ ਮੁੱਖ ਮੰਤਰੀ ਬਣਾਇਆ। ਤੇ ਅਸੀਂ ਦੇਖੋ, ਸਾਡਾ ਕੋਈ ਵਿਅਕਤੀਗਤ ਨਹੀਂ ਹੈ ਕਿ ਅਸੀਂ ਕੋਈ ਪ੍ਰਾਪਤੀ ਕਰਨੀ ਹੈ। ਸਾਡਾ ਮੇਨ ਮਕਸਦ ਇਹ ਹੈਗਾ ਕਿ ਅਸੀਂ ਲੋਕ ਹਿੱਤ ਦੇ ਵਿੱਚ ਕੰਮ ਕਰਨਾ, ਪੰਜਾਬ ਦੀ ਡਿਵੈਲਪਮੈਂਟ ਦੇ ਲਈ ਕੰਮ ਕਰਨਾ, ਦੇਸ਼ ਹਿੱਤ ਦੇ ਲਈ ਕੰਮ ਕਰਨਾ। ਮੇਰਾ ਅਗਲਾ ਸਵਾਲ ਤੁਹਾਡੇ ਨਾਲ ਹੈ ਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਦਾ ਸਿੱਧਾ ਮੁਕਾਬਲਾ ਕਿਹੜੀ ਪਾਰਟੀ ਨਾਲ ਹੈ? ਜਿਵੇਂ ਕਿ ਇਸ ਵੇਲੇ ਦੇਖਣ ਨੂੰ ਆ ਰਿਹਾ ਕਿ ਆਮ ਆਦਮੀ ਪਾਰਟੀ ਦੀ ਹਵਾ ਪੰਜਾਬ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਕੇਜਰੀਵਾਲ ਜੀ ਆਏ ਸੀ, ਉਹਨਾਂ ਨੇ ਮਹਿਲਾਵਾਂ ਨੂੰ ਮਹੀਨੇ ਦਾ 1000 ਰੁਪਈਆ ਦੇਣ ਦਾ ਵਾਅਦਾ ਕੀਤਾ ਹੈ, ਜਿਹਦੇ ਵਾਸਤੇ ਉਹਨਾਂ ਦੇ ਵੋਲੰਟੀਅਰਸ ਜਿਹੜੇ ਨੇ ਉਹ ਮਹਿਲਾਵਾਂ ਦੇ ਫਾਰਮ ਵੀ ਭਰ ਰਹੇ ਨੇ, ਦਿਨ ਰਾਤ ਇੱਕ ਕੀਤਾ ਹੈ ਉਹਨਾਂ ਨੇ। ਉਸ ਤੋਂ ਮਗਰੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ, ਤੁਹਾਡੀ ਪਾਰਟੀ ਦੇ ਜਿਹੜੇ ਪਿਛਲੇ ਸਹਿਯੋਗੀ ਵੀ ਰਹਿ ਚੁੱਕੇ ਨੇ, ਨਵਜੋਤ ਸਿੰਘ ਸਿੱਧੂ ਜੀ, ਉਹਨਾਂ ਨੇ ਉਹਦੇ ਉੱਪਰ ਹੱਥ ਰੱਖਦੇ ਹੋਏ 2000 ਰੁਪਏ ਪ੍ਰਤੀ ਮਹੀਨਾ ਮਹਿਲਾਵਾਂ ਨੂੰ ਦੇਣ ਦਾ ਵਾਅਦਾ ਕੀਤਾ, ਨਾਲ 8 ਸਿਲੰਡਰ ਸਾਲ ਦੇ। ਕੀ ਲੱਗਦਾ ਇਹ ਦਾਅਵੇ ਕਿੰਨੇ ਕੁ ਪੱਕੇ ਨੇ ਅਤੇ ਇਹਨਾਂ ਦੇ ਅੱਗੇ ਭਾਰਤੀ ਜਨਤਾ ਪਾਰਟੀ ਕਿੱਥੇ ਖੜੀ ਹੁੰਦੀ ਹੈ?
ਦੇਖੋ ਸੁਨੀਲ ਜੀ, ਇੱਦਾਂ ਹੈਗਾ ਕਿ ਜਿਹੜੀ ਇਹ ਤੁਸੀਂ ਗੱਲ ਕਰ ਰਹੇ ਹੋ, ਆਮ ਆਦਮੀ ਪਾਰਟੀ ਜਿਹੜੀ ਹੈ ਉਹ ਆਪਣੀ ਵੱਲੋਂ ਇਨੀਸ਼ੀਏਟਿਵ ਲੈ ਰਹੀ ਹੈ, ਔਰ ਇਸ ਤੋਂ ਇਲਾਵਾ ਜਿਹੜੀ ਹੈਗੀ ਆ ਉਹ ਕਾਂਗਰਸ ਦੀ ਨਵਜੋਤ ਸਿੰਘ ਸਿੱਧੂ ਦੀ ਵੀ ਗੱਲ ਕੀਤੀ ਹੈ। ਇਹ ਸਾਰੀ ਦੀ ਸਾਰੀ ਇਹ ਇੰਡੀਕੇਟ ਕਰਦੀ ਹੈ ਕਿ ਇਕਨੋਮੀ ਜਿਹੜੀ ਹੈ ਉਹ ਪੰਜਾਬ ਦੀ ਕ੍ਰਾਈਸਿਸ ਦੇ ਵਿੱਚ ਹੈ। ਪੰਜਾਬ ਕਿਸੇ ਟਾਈਮ ਦੇਸ਼ ਦੇ ਵਿੱਚ ਪਹਿਲੇ ਨੰਬਰ ਦਾ ਸਟੇਟ ਹੁੰਦਾ ਸੀਗਾ। ਅੱਜ ਅਗਰ ਅਸੀਂ ਇਕਨੋਮਿਕ ਪੈਰਾਮੀਟਰਸ ਦੇ ਉੱਪਰ ਗੱਲ ਕਰੀਏ ਤਾਂ ਪੰਜਾਬ ਪਹਿਲੇ 15 ਸਟੇਟਸ ਦੇ ਵਿੱਚ ਵੀ ਨਹੀਂ ਆਉਂਦਾ ਦੇਸ਼ ਦੇ। ਇਹੀ ਚੀਜ਼ ਨੂੰ ਭਾਂਪਦੇ ਹੋਏ ਪੰਜਾਬ ਦੇ ਖੁਦਦਾਰੀ ਦੇ ਨਾਲ, ਮੈਂ ਆਪਣੀ 50 ਸਾਲ ਤੋਂ ਉੱਪਰ ਮੇਰੀ ਉਮਰ ਹੋ ਗਈ ਹੈ, ਮੈਂ ਅੱਜ ਤੱਕ ਕੋਈ ਪੰਜਾਬੀ ਜਿਹੜਾ ਹੈਗਾ ਉਹ ਮੈਂ ਕੋਈ ਹੱਥ ਅੜਦਾ ਨਹੀਂ ਦੇਖਿਆ, ਕੋਈ ਭੀਖ ਮੰਗਦਾ ਨਹੀਂ ਦੇਖਿਆ। ਲੇਕਿਨ ਉਹਨਾਂ ਦੀ ਖੁਦਦਾਰੀ ਦੇ ਨਾਲ ਇਹ ਜਿਹੜੀ ਇਹ ਪਾਰਟੀਆਂ ਖੇਲ ਰਹੀਆਂ ਆ ਔਰ ਉਹਨਾਂ ਨੂੰ ਬਰਗਲਾ ਰਹੀਆਂ ਆ। ਲੇਕਿਨ ਲੋਕ ਤਾਂ ਫਾਰਮ ਭਰਨ ਲਈ ਭੀੜ ਲੱਗੀ ਹੋਈ ਹੈ ਜਗ੍ਹਾ ਜਗ੍ਹਾ, ਜਿੱਥੇ ਵੀ ਇਲਾਕੇ ਵਿੱਚ ਚਲੇ ਜਾਓ ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਜਿਹੜੇ ਨੇ ਉਹ ਲੋਕਾਂ ਦੇ ਫਾਰਮ ਭਰ ਰਹੇ ਨੇ ਅਤੇ ਲੋਕਾਂ ਦੀ ਭੀੜ ਵੀ ਲੱਗੀ ਹੋਈ ਹੈ। ਦੇਖੋ ਲੋਕ ਭਾਵੁਕ ਹੈਗੇ ਨੇ, ਲੋਕ ਭਾਵੁਕ ਹੈ ਔਰ ਲੋਕਾਂ ਦੀ ਦੂਰਦ੍ਰਿਸ਼ਟੀ ਇੰਨੀ ਨਹੀਂ ਹੈਗੀ ਹੈ। ਉਹ ਸਰਕਾਰਾਂ ਦੇ ਉੱਪਰ ਨਿਰਭਰ ਹੈਗੇ ਨੇ। ਲੇਕਿਨ ਸਰਕਾਰਾਂ ਨੇ 70 ਸਾਲਾਂ ਦੇ ਵਿੱਚ ਕੀ ਕੀਤਾ? ਅਸੀਂ ਇਹ ਚਾਹੁੰਦੇ ਹਾਂ ਜੋ ਪੰਜਾਬ ਦੇ ਵਿੱਚ ਬੀਜੇਪੀ ਦਾ ਮਾਡਲ ਹੈਗਾ ਉਹ ਇਹ ਹੈਗਾ ਕਿ ਇਹਦੇ ਵਿੱਚ ਇੰਡਸਟਰੀ ਲੈ ਕੇ ਆਈ ਜਾਵੇ ਔਰ ਵਿਕਾਸ ਕਰਾਇਆ ਜਾਵੇ। ਮਤਲਬ ਤੁਹਾਡੇ ਸਾਹਮਣੇ ਰੋਜ਼ਗਾਰ ਦੇਣਾ ਚਾਹੀਦਾ, ਬਜਾਏ ਕਿ ਫ੍ਰੀ ਦੇ ਪੈਸੇ ਦੇਣ ਦੀ ਬਜਾਏ ਰੋਜ਼ਗਾਰ। ਦੇਖੋ ਗੱਲ ਇੱਦਾਂ ਹੈਗਾ ਕਿ ਅਸੀਂ ਇੱਕ ਘਰ ਦੇ ਵਿੱਚ ਬੈਠੇ ਹਾਂ, ਉਸ ਘਰ ਦੇ ਵਿੱਚ ਕੀ ਹੈਗਾ ਕਿ ਦੇਖਿਆ ਜਾਵੇ ਤੇ ਅਸੀਂ ਖਰਚਾ ਉਨਾ ਹੀ ਕਰ ਸਕਦੇ ਨਾ ਜਿੰਨੀ ਸਾਡੀ ਕਮਾਈ ਹੈਗੀ ਹੈ। ਅਗਰ ਅਸੀਂ 10 ਰੁਪਏ ਕਮਾਉਂਦੇ ਹਾਂ ਤਾਂ ਅਸੀਂ 100 ਰੁਪਏ ਖਰਚ ਨਹੀਂ ਕਰ ਸਕਦੇ। ਉਹ ਇਹ ਕਹਿੰਦੇ ਆ ਕਿ ਅਸੀਂ ਸਾਰਿਆਂ ਨੂੰ ਵੰਡ ਜ਼ਰੂਰ ਦੇਵਾਂਗੇ, ਲੇਕਿਨ ਕਮਾਵਾਂਗੇ ਕਿੱਥੇ? ਲੇਕਿਨ ਕੇਜਰੀਵਾਲ ਸਾਹਿਬ ਤਾਂ ਦਾਅਵਾ ਕਰਦੇ ਨੇ ਕਿ ਜਦੋਂ ਮੈਂ ਕਮਾਉਣ ਬਾਰੇ ਸੋਚ ਲੈਂਦਾ ਉਸ ਤੋਂ ਬਾਅਦ ਹੀ ਮੈਂ ਅਨਾਉਂਸਮੈਂਟ ਕਰਦਾ। ਨਹੀਂ, ਲੇਕਿਨ ਕਮਾਉਣ ਦੀ ਉਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ। ਉਹਨਾਂ ਨੇ ਸਿਰਫ ਦੇਣ ਦੀ ਗੱਲ ਕੀਤੀ ਔਰ ਪੰਜਾਬੀਆਂ ਦੇ ਖੁਦਦਾਰੀ ਦੀ ਗੱਲ ਕੀਤੀ। ਦਿੱਲੀ ਮਾਡਲ ਦੀ ਗੱਲ ਕਰਦੇ ਹੋ? ਪੰਜਾਬੀਆਂ ਦੀ ਖੁਦਦਾਰੀ ਦੇ ਉੱਪਰ ਉਹਨਾਂ ਨੇ ਚੈਲੰਜ ਲਗਾਇਆ। ਦਿੱਲੀ ਮਾਡਲ ਦੀ ਗੱਲ ਕਰਦੇ ਦੇਖੋ ਦਿੱਲੀ ਮਾਡਲ ਦੇ ਬਾਰੇ ਵਿੱਚ ਮੈਂ ਕੋਈ ਸਟੇਟਮੈਂਟ ਨਹੀਂ ਦੇ ਸਕਦਾ। ਦਿੱਲੀ ਮਾਡਲ ਅੱਜ ਦਾ ਦਿੱਲੀ ਨਹੀਂ ਹੈਗਾ। ਦਿੱਲੀ ਜਿਹੜਾ ਹੈਗਾ ਉਹ ਅੱਜ ਤੇ 1000 ਸਾਲ ਪਹਿਲਾਂ ਦਾ ਚੱਲ ਰਿਹਾ ਉਹ ਜਿਹੜਾ ਸਿਟੀ ਹੈਗਾ। ਤੇ ਉਸ ਦਾ ਮਤਲਬ ਇਹ ਹੈਗਾ ਕਿ ਦਿੱਲੀ ਦੇ ਵਿੱਚ ਅੱਜ ਦੀ ਤਾਰੀਖ ਦੇ ਵਿੱਚ ਕੋਈ ਨਵੀਂ ਇਕਨੋਮੀ ਡਿਵੈਲਪ ਨਹੀਂ ਹੋਈ ਹੈ। ਦਿੱਲੀ ਦੇ ਵਿੱਚ ਜਿਹੜਾ ਹੈਗਾ ਆ ਉਹ ਸਾਲੋਂ ਸਾਲ ਤੇ ਸਾਰੇ ਦੇ ਸਾਰੇ ਕਾਰਪੋਰੇਟ ਉੱਧਰ ਬੈਠੇ ਨੇ, ਉਹਨਾਂ ਦਾ ਟੈਕਸ ਆਉਂਦੇ ਆ, ਉਹਨਾਂ ਦੀ ਰੈਵਨਿਊ ਆਉਂਦਾ ਉੱਧਰ, ਜਿਸ ਦੇ ਕਰਕੇ ਉਹਨਾਂ ਦੀ ਇਕਨੋਮੀ ਬਹੁਤ ਸਟਰੋਂਗ ਹੈਗੀ ਹੈ। ਉਹਨੂੰ ਅਸੀਂ ਪੰਜਾਬ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ। ਉਹ ਨਾ ਤਾਂ ਕੇਜਰੀਵਾਲ ਨੇ ਪਿਛਲੇ 5 ਸਾਲਾਂ ਦੇ ਵਿੱਚ ਖੜਾ ਕੀਤਾ, ਉਹ ਪਿਛਲੇ 500 ਸਾਲ 1000 ਸਾਲ ਤੇ ਚੱਲਿਆ ਆ ਰਿਹਾ ਉੱਧਰ ਦੀ ਇਕਨੋਮੀ। ਉਸ ਸਟਰੋਂਗ ਇਕਨੋਮੀ ਦੇ ਉੱਪਰ ਕੋਈ ਸਟਿਮੂਲਸ ਦੇਣਾ ਉਹ ਇੱਕ ਵੱਖਰੀ ਗੱਲ ਹੈ, ਔਰ ਪੰਜਾਬ ਦੇ ਵਿੱਚ ਇਕਨੋਮਿਕ ਸਟਿਮੂਲਸ ਦੇਣਾ ਇਹ ਤਾਂ ਸਿਰਫ ਉੱਦਾਂ ਦੇ ਹਾਲਾਤ ਹੈਗੇ ਨੇ ਜਿਸ ਤਰ੍ਹਾਂ ਤੇ ਕ੍ਰਾਈਸਿਸ ਦੇ ਵਿੱਚ, ਜਿੱਦਾਂ ਕਰੋਨਾ ਦੇ ਵਿੱਚ ਦੁਨੀਆ ਭਰ ਦੀਆਂ ਸਰਕਾਰਾਂ ਨੇ ਪੈਸੇ ਵੰਡੇ। ਉਹ ਕਿਉਂ ਵੰਡੇ? ਕਿਉਂਕਿ ਇਕਨੋਮੀ ਕ੍ਰਾਈਸਿਸ ਦੇ ਵਿੱਚ ਸੀਗੀ। ਔਰ ਇਦਾਂ ਦੇ ਕ੍ਰਾਈਸਿਸ ਮੰਨ ਕੇ ਉਹ ਅਗਰ ਸਟਿਮੂਲਸ ਦੇ ਰਹੇ ਆ ਤਾਂ ਇਨਕਮ ਕਿੱਥੇ ਹੈ? ਇਨਕਮ ਕਿੱਥੇ ਹੈ? ਨਰਿੰਦਰ ਮੋਦੀ ਵਿਦੇਸ਼ਾਂ ਦੇ ਵਿੱਚ ਜਾ ਕੇ ਬੈਠਕਾਂ ਕਰਕੇ ਇਨਕਮ ਜਨਰੇਟ ਕਰ ਰਹੇ ਨੇ, ਫੋਰਨ ਕੰਪਨੀਆਂ ਨੂੰ ਇੱਧਰ ਬੁਲਾ ਰਹੇ ਨੇ। ਮੈਂ ਤੁਹਾਨੂੰ ਸਿੰਪਲ ਜਿਹੀ ਗੱਲ ਦੱਸ ਦਵਾਂ ਕਿ ਅਗਰ ਅਸੀਂ ਐਪਲ ਦੀ ਗੱਲ ਕਰੀਏ, ਇੱਕ ਛੋਟੀ ਜੀ ਇੱਕ ਕੰਪਨੀ ਦੀ ਗੱਲ ਕਰੀਏ, ਬਾਕੀ ਕੰਪਨੀਆਂ ਦੀ ਛੱਡ ਦਈਏ ਅਸੀਂ ਜੀ। ਐਪਲ ਕੰਪਨੀ ਦੀ ਜਿਹੜਾ ਰੈਵਨਿਊ ਹੈ ਉਹ ਇੰਡੀਆ ਦੀ ਇਕਨੋਮੀ ਤੋਂ ਵੱਧ ਹੈ, ਇੰਡੀਆ ਦੀ ਸਾਰੀ ਇਕਨੋਮੀ। ਔਰ ਕੱਲੀ ਇੱਕ ਕੰਪਨੀ ਐਪਲ ਦਾ ਰੈਵਨਿਊ 3.5 ਟ੍ਰਿਲੀਅਨ ਤੋਂ ਵੱਧ ਹੈਗਾ ਆ ਜੀ। ਔਰ ਉਹਨਾਂ ਨੇ ਆਪਣੀ ਜਿਹੜੀ ਇੰਡਸਟਰੀ ਹੈਗੀ ਆ ਉਹ ਚਾਈਨਾ ਦੇ ਵਿੱਚ ਲਗਾਈ। ਚਾਈਨਾ ਦੇ ਵਿੱਚ ਇੱਕ ਸਿਟੀ ਦੇ ਵਿੱਚ ਲਗਾਉਣ ਤੋਂ ਬਾਅਦ ਉਹਨਾਂ ਨੇ ਜਨਰੇਟ ਕੀਤੇ 13 ਲੱਖ ਜੌਬ ਸਿਰਫ ਇੱਕੋ ਹੀ ਸਿਟੀ ਦੇ ਵਿੱਚ। ਔਰ ਉਹਨਾਂ ਦੀ ਜਿਹੜੀ ਐਵਰੇਜ ਇਨਕਮ, ਅਗਰ ਅਸੀਂ ਇੰਡੀਆ ਦੇ ਵਿੱਚ ਵੀ ਗੱਲ ਕਰੀਏ ਤੇ ਆਪਣਾ ਮਾਈਕਰੋਸਾਫਟ ਦੀ ਜਿਹੜੀ ਐਵਰੇਜ ਸੈਲਰੀ ਆ ਉਹ 1 ਲੱਖ ਰੁਪਇਆ ਹੈ। ਤੇ ਉਹ ਸੈਲਰੀ ਅਗਰ ਇੰਡੀਆ ਦੇ ਵਿੱਚ ਇੰਡਸਟਰੀ ਆਏਗੀ, ਪੰਜਾਬ ਦੇ ਵਿੱਚ ਇੰਡਸਟਰੀ ਆਏਗੀ, ਇੱਥੇ ਵੀ ਬੱਚਿਆਂ ਨੂੰ ਸੈਲਰੀ ਮਿਲੇਗੀ ਤਾਂ ਬੱਚੇ ਬਾਹਰ ਨਹੀਂ ਜਾਣਗੇ। ਮਤਲਬ ਤੁਹਾਡਾ ਕਹਿਣ ਦਾ ਮਤਲਬ ਹੈ ਇਹਨਾਂ ਦੀ ਘੋਸ਼ਣਾਵਾਂ ਤੋਂ ਇਲਾਵਾ ਤੁਸੀਂ ਰੋਜ਼ਗਾਰ ਦੇਣਾ ਜਿਹੜਾ ਉਹ ਤੁਹਾਡੀ ਪਹਿਲ ਹੋਏਗੀ। ਦੇਖੋ ਰੋਜ਼ਗਾਰ ਹੀ ਸਾਡੀ ਪਹਿਲ ਹੈ। ਜਦੋਂ ਤੱਕ ਅਸੀਂ ਇਨਕਮ ਜਨਰੇਟ ਨਹੀਂ ਕਰ ਸਕਦੇ ਤਦੋਂ ਤੱਕ ਅਸੀਂ ਮੁਫਤ ਦੇ ਵਿੱਚ ਪੈਸਾ ਨਹੀਂ ਵੰਡ ਸਕਦੇ। 1000 ਰੁਪਇਆ ਦੇਣ ਦੀ ਬਜਾਏ ਅਸੀਂ ਘਰ ਦੇ ਵਿੱਚ ਇੱਕ ਬੱਚੇ ਨੂੰ ਲਾਇਕ ਬਣਾਈਏ ਜਿਹੜਾ 1 ਲੱਖ ਰੁਪਇਆ ਇੱਧਰ ਕਮਾਵੇ। ਔਰ ਇਸ ਦੇ ਲਈ ਇਨੀਸ਼ੀਏਟਿਵ ਕਿਨ ਲੈਣਾ ਸਰਕਾਰ ਨੇ। ਜੇਕਰ ਪਾਰਟੀ ਤੁਹਾਨੂੰ ਟਿਕਟ ਦੇ ਦਿੰਦੀ ਹੈ ਭਾਰਤੀ ਜਨਤਾ ਪਾਰਟੀ, ਉਸ ਤੋਂ ਬਾਅਦ ਤੁਹਾਡਾ ਸਟੈਪ ਕੀ ਹੋਏਗਾ? ਤੁਸੀਂ ਲੋਕਾਂ ਤੱਕ, ਆਮ ਜਨਤਾ ਤੱਕ ਗੜ੍ਹਸ਼ੰਕਰ ਦੇ ਵਿੱਚ ਪਹੁੰਚ ਕਿਵੇਂ ਬਣਾਓਗੇ? ਕਿਉਂਕਿ ਕਰੋਨਾ ਦੀ ਤੀਸਰੀ ਲਹਿਰ ਚੱਲ ਰਹੀ ਹੈ ਇਸ ਵੇਲੇ, ਚੁਣਾਵ ਆਯੋਗ ਕਾਫੀ ਸਖਤ ਹੈ, ਪਦ ਯਾਤਰਾ ਹੋ ਗਈ, ਰੈਲੀ ਹੋ ਗਈ, ਇਹਨਾਂ ਸਾਰੀਆਂ ਚੀਜ਼ਾਂ 'ਤੇ ਬੈਨ ਲਾਇਆ ਹੋਇਆ ਹੈ। ਸਿਰਫ ਵਰਚੁਅਲ ਰੈਲੀਜ਼ ਦੇ ਥਰੂ ਤੁਸੀਂ ਜਿਹੜਾ ਹੈ ਆਪਣਾ ਪ੍ਰਚਾਰ ਕਰ ਸਕਦੇ ਹੋ।
ਲੇਕਿਨ ਪਿੰਡਾਂ ਵਿੱਚ ਹੋ ਸਕਦੇ ਕੁਝ ਐਸੇ ਲੋਕ ਵੀ ਹੋਣ ਜੋ ਲੋਕ ਇੰਟਰਨੈਟ ਨਹੀਂ ਚਲਾਉਂਦੇ ਹੋਣਗੇ, ਤਾਂ ਤੁਸੀਂ ਆਮ ਲੋਕਾਂ ਤੱਕ ਆਪਣੀ ਪਹੁੰਚ ਕਿੱਦਾਂ ਬਣਾਓਗੇ, ਕਿਉਂਕਿ ਵੋਟ ਤਾਂ ਇੱਕ ਇੱਕ ਆਦਮੀ ਦਾ ਵੀ ਕੀਮਤੀ ਹੁੰਦਾ ਹੈ। ਦੇਖੋ ਸੁਨੀਲ ਜੀ, ਮੈਂ ਤੁਹਾਨੂੰ ਇਹ ਸਪਸ਼ਟ ਕਰਨਾ ਚਾਹਾਂਗਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹਦਾ ਆਪਣਾ ਕੈਡਰ ਹੈਗਾ ਇੱਕ। ਅਸੀਂ ਬੂਥ ਸਤਰ ਤੋਂ ਲੈ ਕੇ ਬੂਥ ਤੋਂ ਬਾਅਦ ਵਾਰਡ, ਵਾਰਡ ਤੋਂ ਬਾਅਦ ਮੰਡਲ, ਮੰਡਲ ਤੋਂ ਬਾਅਦ ਅਸੀਂ ਜ਼ਿਲ੍ਹੇ, ਔਰ ਜ਼ਿਲ੍ਹੇ ਤੋਂ ਬਾਅਦ ਅਸੀਂ ਪ੍ਰਦੇਸ਼ ਔਰ ਰਾਸ਼ਟਰੀ ਸਤਰ ਦੇ ਉੱਪਰ ਆਪਾਂ ਚੱਲਦੇ ਹੁੰਦੇ ਆ। ਸਾਡਾ ਹਰ ਲੈਵਲ ਦੇ ਉੱਪਰ ਇੱਕ ਕੈਡਰ ਖੜਾ ਹੁੰਦਾ ਹੈ, ਪਹਿਲੀ ਗੱਲ। ਦੂਸਰੀ ਗੱਲ ਇਹ ਹੈਗੀ ਆ ਕਿ ਜਿਹੜਾ ਕਰੋਨਾ ਕਾਲ ਹੈਗਾ ਹੈ, ਇਸ ਦੇ ਵਿੱਚ ਪ੍ਰੋਟੋਕਾਲ ਨੂੰ ਮੰਨਦੇ ਹੋਏ ਇੱਕ ਗਾਈਡਲਾਈਨਸ ਇਸ਼ੂ ਹੋਈ ਹੈ, ਜੋ ਕਿ ਜਾਇਜ਼ ਵੀ ਸੀਗਾ। ਸਾਡੇ ਵਿਰੋਧੀ ਇਹ ਕਹਿ ਰਹੇ ਸੀਗੇ ਕਿ ਸ਼ਾਇਦ ਇਲੈਕਸ਼ਨ ਪੋਸਟਪੋਨ ਕਰ ਦੇਣੇ ਆ। ਦੇਖੋ ਸਾਡੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਉਹ ਲੋਕਤੰਤਰਿਕ ਗਲਾ ਨਹੀਂ ਘੁੱਟਦੀ ਕਦੀ ਵੀ, ਉਹ ਲੋਕਤੰਤਰ ਦੀ ਹੱਤਿਆ ਨਹੀਂ ਕਰਦੀ। ਉਹਨਾਂ ਨੇ ਫਿਰ ਵੀ ਸਾਰੀ ਵਿਪਰੀਤ ਪਰਿਸਥਿਤੀਆਂ ਦੇ ਵਿੱਚ ਵੀ ਉਹਨਾਂ ਨੇ ਮੌਕਾ ਦਿੱਤਾ ਕਿ ਹਰ ਇੱਕ ਵਿਅਕਤੀ ਜਿਹੜਾ ਹੈ ਪੰਜਾਬ ਦੇ ਵਿੱਚ ਆਪਣਾ ਰਾਈਟ ਜਿਹੜਾ ਇਸਤੇਮਾਲ ਕਰ ਸਕੇ। ਚੁਣਾਵ ਪ੍ਰਚਾਰ ਕਿਸ ਤਰ੍ਹਾਂ ਕਰੋਗੇ? ਚੁਣਾਵ ਪ੍ਰਚਾਰ ਜਿਹੜਾ ਹੈਗਾ ਹੈ, ਜਿਸ ਤਰ੍ਹਾਂ ਤੇ ਡਿਜੀਟਲ ਹੈਗਾ, ਡਿਜੀਟਲ ਕਰਾਂਗੇ ਅਸੀਂ। ਔਰ ਜਿੱਧਰ ਤੱਕ ਕਿ ਲੋਕਾਂ ਦੇ ਵਿੱਚ ਪਹੁੰਚ ਕੇ ਸਕਸੈਸ ਦੀ ਗੱਲ ਹੈਗੀ ਹੈ, ਤੇ ਇੱਕ ਸਾਡਾ ਪਾਰਟੀ ਦਾ ਪੱਧਰ ਹੈਗਾ ਹੈ, ਸਾਡਾ ਪਾਰਟੀ ਦਾ ਕੈਡਰ ਖੜਾ ਹੈ, ਪਹਿਲੀ ਗੱਲ। ਦੂਸਰੀ ਗੱਲ ਇਹ ਹੈਗੀ ਹੈ ਕਿ ਨਰਿੰਦਰ ਮੋਦੀ ਔਰ ਸਾਡੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈਗੀ ਹੈ, ਉਹਨਾਂ ਦੇ ਕੀਤੇ ਕਰਮ ਹੈਗੇ ਆ, ਉਹਨਾਂ ਦੇ ਕੰਮ ਜਿਹੜੇ ਹੈਗੇ ਨੇ। ਜਿਸ ਤਰ੍ਹਾਂ ਕਿ ਉਹਨਾਂ ਨੇ ਮੈਡੀਕਲ ਇੰਸ਼ੋਰੈਂਸ 5 ਲੱਖ ਦੀ ਜਨਰੇਟ ਕੀਤੀ ਹੈ, ਔਰ ਕਿਸਾਨਾਂ ਨੂੰ ਹਰ ਸਾਲ ਮੋਨਿਟਰੀ ਬੈਨੀਫਿਟ ਦੇਣ ਦੀ ਗੱਲ ਕੀਤੀ ਹੈ, ਔਰ ਅਲੱਗ-ਅਲੱਗ ਸਤਰ ਦੇ ਉੱਪਰ ਅਸੀਂ ਜਿਸ ਤਰ੍ਹਾਂ ਤੇ ਇਕਨੋਮਿਕਲ ਸਟਿਮੂਲਸ ਦਿੱਤੇ ਆ, ਉਹਨਾਂ ਸਾਰਿਆਂ ਨੂੰ ਲੈ ਕੇ ਉਹਨਾਂ ਦੀ ਜਿਹੜੀ ਰੇਂਜ ਪਹੁੰਚ ਹੈਗੀ ਹੈ, ਉਹ ਆਲਰੇਡੀ ਜਨਤਾ ਦੇ ਤੱਕ ਹੈਗੀ ਹੈ। ਆਮ ਜਨਤਾ ਤੱਕ ਕਿਸ ਤਰ੍ਹਾਂ, ਵਰਚੁਅਲ ਨਾਲ ਕਿਸ ਤਰ੍ਹਾਂ ਆਮ ਜਨਤਾ ਤੱਕ ਪਹੁੰਚੋਗੇ? ਅਸੀਂ ਆਮ ਜਨਤਾ ਤੱਕ ਆਪਣੇ ਕਾਰਜਕਰਤਾ, ਆਪਣੇ ਕੈਡਰ ਦੇ ਨਾਲ ਕੋਈ ਪਹੁੰਚਾਂਗੇ। ਸਪੋਰਟ ਕਿਸੇ ਤਰੀਕੇ ਦੇ ਭਾਰਤੀ ਜਨਤਾ ਪਾਰਟੀ ਵੱਲੋਂ? ਦੇਖੋ ਜੀ, ਭਾਰਤੀ ਜਨਤਾ ਪਾਰਟੀ ਦੀ ਸਾਰੀ ਸਪੋਰਟ ਹੈਗੀ ਹੈ। ਉਸੇ ਸਪੋਰਟ ਦੇ ਰਸਤੇ ਜਿਹੜਾ ਹੈਗਾ ਆਪਾਂ ਆਮ ਆਦਮੀ ਤੱਕ ਪਹੁੰਚਦੇ ਹਾਂ, ਕਿਉਂਕਿ ਸਾਡਾ ਜਿਹੜਾ ਆਮ ਆਦਮੀ ਦਾ ਵਿਅਕਤੀ ਹੈਗਾ ਆ, ਉਹ ਪੰਨਾ ਪ੍ਰਮੁੱਖ ਤੱਕ ਵੀ ਅਸੀਂ ਬਣਾਇਆ ਹੋਇਆ, ਅਲੱਗ-ਅਲੱਗ ਪ੍ਰਦੇਸ਼ਾਂ ਦੇ ਵਿੱਚ ਇੱਕ ਪੇਜ ਦੇ ਉੱਪਰ ਜਿੰਨੇ ਵੋਟਰ ਹੈਗੇ ਨੇ ਉਹਨਾਂ ਨੂੰ ਇੱਕ ਵਿਅਕਤੀ ਕਵਰ ਕਰਦਾ ਹੈ। ਜਿਵੇਂ ਕਿ ਕਿਹਾ ਜਾਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹੀ ਆਗੂ ਕਾਮਯਾਬ ਹੁੰਦਾ ਹੈ ਜਿਨ੍ਹਾਂ ਦੇ ਪਿੱਛੇ ਰਾਸ਼ਟਰੀ ਸਵੈਮ ਸੇਵਕ ਸੰਘ ਯਾਨੀ ਆਰਐਸਐਸ ਦਾ ਹੱਥ ਹੋਵੇ, ਜਾਂ ਜਿਸ ਦੀ ਜੜ੍ਹਾਂ ਜਿਹੜੀ ਹੈ ਆਰਐਸਐਸ ਦੇ ਅਧਿਕਾਰੀਆਂ ਨਾਲ ਮਿਲੀਆਂ ਹੋਣ। ਕੀ ਲੱਗਦਾ ਹੈ ਤੁਹਾਡੇ ਉੱਪਰ ਕਿਸੇ ਆਰਐਸਐਸ ਦੇ ਅਧਿਕਾਰੀ ਦਾ ਆਸ਼ੀਰਵਾਦ ਹੈ? ਪਲੱਸ ਪੰਜਾਬ ਦੇ ਵਿੱਚ ਤੁਸੀਂ ਰਾਜਨੀਤੀ ਵਿੱਚ ਵਿਧਾਇਕ ਦੇ ਤੌਰ ਤੇ ਉਤਰਨ ਦੀ ਕੋਸ਼ਿਸ਼ ਕਰ ਰਹੇ ਹੋ, ਕਿਆ ਤੁਹਾਡੇ ਕੋਈ ਗੌਡਫਾਦਰ ਵੀ ਹੈ ਪੰਜਾਬ ਦੇ ਵੀ ਰਾਜਨੀਤੀ ਵਿੱਚ? ਇਹਦੇ ਬਾਰੇ ਕੀ ਕਹਿਣਾ ਤੁਹਾਡਾ? ਦੇਖੋ ਗੱਲ ਇੱਦਾਂ ਹੈਗਾ ਕਿ ਜਿੱਧਰ ਤੱਕ ਪਹਿਲਾਂ ਆਰਐਸਐਸ ਦੀ ਗੱਲ ਕਰੀਏ। ਹਾਂ, ਜਿੱਧਰ ਤੱਕ ਸੰਘ ਦੀ ਗੱਲ ਜਾਂਦੀ ਆ, ਰਾਸ਼ਟਰੀ ਸਵੈਮ ਸੇਵਕ ਸੰਘ ਦੀ ਗੱਲ ਜਾਂਦੀ ਹੈ, ਤੇ ਸਾਡੇ ਵਿਚਾਰਕ ਸੰਗਠਨ ਹੈਗੇ ਨੇ, ਔਰ ਨੈਚੁਰਲੀ ਅਸੀਂ ਸਾਰੇ ਦੇ ਸਾਰੇ ਆਦਰਸ਼ ਜਿਹੜੇ ਹੈਗੇ ਨੇ, ਸਾਰੇ ਸੰਸਕਾਰ ਜਿਹੜੇ ਉਹਨਾਂ ਤੇ ਲੈਂਦੇ ਆ, ਔਰ ਸਾਡੇ ਮਾਰਗਦਰਸ਼ਕ ਹੈਗੇ ਨੇ, ਤੇ ਉਹਨਾਂ ਆਦਰਸ਼ਾਂ ਦੇ ਉੱਪਰ ਆਪਾਂ ਕੰਮ ਕਰਦੇ ਹਾਂ। ਗੌਡਫਾਦਰ, ਤੁਹਾਡੇ ਗੌਡਫਾਦਰ ਵੀ ਨੇ ਕੋਈ ਦੇਖੋ ਭਾਰਤੀ ਜਨਤਾ ਪਾਰਟੀ ਦੇ ਵਿੱਚ? ਦੇਖੋ ਭਾਰਤੀ ਜਨਤਾ ਪਾਰਟੀ ਦੇ ਹਰ ਇੱਕ ਕਾਰਜਕਰਤਾ ਮਾਰਗਦਰਸ਼ਨ ਲੈਂਦਾ ਹੈ ਦੀਨ ਦਿਆਲ ਉਪਾਧਿਆਏ ਜੀ ਤੇ ਔਰ ਸ਼ਾਮਾ ਪ੍ਰਸਾਦ ਮੁਖਰਜੀ ਤੇ। ਇਹ ਤਾਂ ਸਰ ਕਿਤਾਬੀ ਗੱਲਾਂ ਹੈ, ਤਾਂ ਸਾਰੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਸਭ ਬੋਲਦੇ ਆ, ਉਹਨਾਂ ਨੂੰ ਆਦਰਸ਼ ਮੰਨ ਕੇ ਚੱਲਦੇ ਨੇ, ਲੇਕਿਨ ਲੋਕਲ ਲੈਵਲ 'ਤੇ ਕਿਉਂਕਿ ਤੁਸੀਂ ਪੰਜਾਬ ਦਾ ਇਲੈਕਸ਼ਨ ਲੜਨ ਜਾ ਰਹੇ ਹੋ, ਤਾਂ ਹੋ ਸਕਦਾ ਕਿ ਪੰਜਾਬ ਵੀ ਤੁਹਾਡੇ ਉੱਪਰ ਕੋਈ ਨਾ ਕੋਈ ਗੌਡਫਾਦਰ ਹੋਣਾ ਚਾਹੀਦਾ ਹੈ। ਦੇਖੋ ਇਸ ਤਰ੍ਹਾਂ ਹੈਗਾ ਕਿ ਸਾਡੇ ਇੱਧਰ ਦੇ 1 ਕਿਲੋਮੀਟਰ ਦੂਰ ਸੋਫੀ ਪਿੰਡ ਹੈਗਾ ਹੈ, ਵਿਜੇ ਸਾਂਪਲਾ ਜੀ ਜਿਹੜੇ ਹੈਗੇ ਨੇ, ਉਹ ਸਾਡੇ ਆਦਰਸ਼ ਰਹੇ ਨੇ, ਕਿ ਉਹਨਾਂ ਨੇ ਰਾਸ਼ਟਰੀ ਸਤਰ ਦੇ ਉੱਪਰ ਪ੍ਰਤੀਨਿਧਿਤਵ ਕੀਤਾ ਆ, ਉਹ ਵੀ ਇੱਕ ਦਲਿਤ ਵਰਗ ਤੇ ਐਸੀ ਭਾਈਚਾਰੇ ਤੋਂ ਉੱਠ ਕੇ, ਜਿਹੜਾ ਸਾਡੇ ਲਈ ਗੌਰਵ ਦੀ ਗੱਲ ਹੈ। ਇਸ ਤੋਂ ਇਲਾਵਾ ਮੈਂ ਮਨੋਰੰਜਨ ਕਾਲੀਆ ਜੀ ਹੈਗੇ ਨੇ, ਸਾਡੇ ਕੈਬਨਿਟ ਮਿਨਿਸਟਰ ਪੰਜਾਬ ਦੇ ਵਿੱਚ ਰਹੇ ਨੇ, ਪਰ ਅਗਰਣੀ ਹੈਗੇ ਨੇ, ਪੰਜਾਬ ਪ੍ਰਦੇਸ਼ ਪ੍ਰਧਾਨ ਵੀ ਰਹਿ ਚੁੱਕੇ ਨੇ, ਉਹਨਾਂ ਦੇ ਨਾਲ ਕੰਮ ਕਰ ਚੁੱਕਾ ਹੈ, ਉਹਨਾਂ ਦੀ ਕੌਂਸਟੀਚੁਐਂਸੀ ਦੇ ਵਿੱਚ ਹੈਗਾ। ਇਸ ਤੋਂ ਇਲਾਵਾ ਰਾਕੇਸ਼ ਰਾਠੌਰ ਜੀ ਹੈਗੇ ਨੇ, ਉਹਨਾਂ ਦੇ ਨਾਲ ਅਸੀਂ ਕੰਮ ਕੀਤਾ ਵਾ, ਔਰ ਕ੍ਰਿਸ਼ਨਦੇਵ ਭੰਡਾਰੀ ਜੀ ਹੈਗੇ ਨੇ, ਉਹ ਵੀ ਕਿਤੇ ਨਾ ਕਿਤੇ ਗੜਸ਼ੰਕਰ ਦੇ ਨਾਲ ਉਹਨਾਂ ਦਾ ਪਿਛੋਕੜ ਜੁੜਿਆ ਵਾ। ਮਤਲਬ ਅਗਰ ਤੁਹਾਨੂੰ ਟਿਕਟ ਦੇਣ ਦੀ ਗੱਲ ਕੀਤੀ ਜਾਵੇ ਤਾਂ ਤੁਹਾਡਾ ਸਹਿਯੋਗ ਕਰਨਗੇ? ਨਹੀਂ, ਦੇਖੋ ਭਾਰਤੀ ਜਨਤਾ ਪਾਰਟੀ ਦੇ ਹਰ ਕਾਰਜਕਰਤਾ ਦਾ ਸਾਰੇ ਦੇ ਸਾਰੇ ਜਿਹੜੇ ਸਾਡੇ ਲੀਡਰਸ਼ਿਪ ਹੈਗੇ ਉਹਨਾਂ ਦਾ ਸਪੋਰਟ ਹਮੇਸ਼ਾ ਰਹਿੰਦਾ ਹੈ। ਹਾਲਾਂਕਿ ਤੁਸੀਂ ਜਿਹੜੀ ਰਾਸ਼ਟਰੀ ਸਵੈਮ ਸੇਵਕ ਸੰਘ ਵਾਲੀ ਗੱਲ ਸੀ ਉਹ ਤੁਸੀਂ ਗੋਲ ਕਰ ਗਏ ਹੋ, ਤੁਸੀਂ ਉਹ ਨਹੀਂ ਦੱਸਿਆ ਕਿ ਮੈਂ ਤੁਹਾਨੂੰ ਦੱਸਿਆ, ਤੁਹਾਨੂੰ ਸਵਾਲ ਪੁੱਛਿਆ ਸੀ ਕਿ ਕਿਆ ਜੜ੍ਹਾਂ ਉਹਨਾਂ ਨਾਲ ਜੁੜੀ ਹੋਣੀ ਚਾਹੀਦੀ ਤਾਈਓ ਭਾਰਤੀ ਜਨਤਾ ਪਾਰਟੀ ਵਿੱਚ ਕੋਈ ਨੇਤਾ ਕਾਮਯਾਬ ਹੁੰਦਾ, ਤੁਸੀਂ ਉਹ ਗੱਲ ਨਹੀਂ ਕੀਤੀ ਅਜੇ ਤੱਕ ਵੀ। ਦੇਖੋ ਗੱਲ ਇੱਦਾਂ ਹੈਗਾ ਕਿ ਇਕੱਲੇ ਭਾਰਤੀ ਜਨਤਾ ਪਾਰਟੀ ਦੀ ਨਹੀਂ ਅਸੀਂ ਗੱਲ ਕਰਦੇ, ਅਸੀਂ ਇਹ ਕਹਿੰਦੇ ਹਾਂ ਕਿ ਰਾਸ਼ਟਰੀ ਸਤਰ ਦੇ ਉੱਪਰ ਜਿਹੜਾ ਵੀ ਆਪਣਾ ਇਹ ਲਗਾ ਲਓ ਕਿ ਦੇਸ਼ ਭਗਤ ਵਿਅਕਤੀ ਹੈਗਾ, ਉਹਨਾਂ ਦੀਆਂ ਜੜ੍ਹਾਂ ਜਿਹੜੀਆਂ ਉਹ ਸਾਰੀਆਂ ਦੀਆਂ ਸਾਰੀਆਂ ਜਿਹੜਾ ਵੀ ਦੇਸ਼ ਭਗਤ ਸੰਗਠਨ ਹੋਏਗਾ ਉਹਨਾਂ ਦੇ ਨਾਲ ਜੁੜੀਆਂ ਹੋਣ। ਮਤਲਬ ਕਿਸੇ ਵੀ ਪਾਰਟੀ ਦਾ ਹੋਵੇ? ਹਾਂ, ਕਿਸੇ ਵੀ ਪਾਰਟੀ ਦਾ ਹੋਏ ਤਾਂ ਦੇਸ਼ ਭਗਤ ਸੰਗਠਨ ਕੋਈ ਵੀ ਹੋਏਗਾ ਉਹਦੇ ਨਾਲ ਜੁੜਿਆ ਹੋਏਗਾ।
ਔਰ ਅਸੀਂ ਉਹਨਾਂ ਤੇ ਆਦਰਸ਼ ਲੈਂਦੇ ਹਾਂ, ਉਹਨਾਂ ਤੇ ਸੰਸਕਾਰ ਲੈਂਦੇ ਹਾਂ। ਉਹ ਇੱਕ ਸਾਂਸਕ੍ਰਿਤਿਕ ਪਾਰਟੀ ਹੈ ਤੇ ਅਸੀਂ ਉਹਨਾਂ ਤੇ ਲਵਾਂਗੇ। ਰਜਿੰਦਰ ਜੀ, ਆਖਰੀ ਸਵਾਲ ਮੇਰਾ ਤੁਹਾਡੇ ਨਾਲ ਹੈ। 5 ਜਨਵਰੀ ਨੂੰ ਹੂੰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਰੈਲੀ ਫਿਰੋਜ਼ਪੁਰ ਵਿੱਚ ਹੋਣ ਵਾਲੀ ਸੀਗੀ, ਜਿਹਦੇ ਵਾਸਤੇ ਉਹ ਆਏ ਨੇ, ਲੇਕਿਨ ਰਸਤੇ ਦੇ ਵਿੱਚ ਕਿਸਾਨਾਂ ਵੱਲੋਂ ਉਹਨਾਂ ਦਾ ਘਿਰਾਵ ਕੀਤਾ ਗਿਆ, ਜਿਹਦੇ ਕਰਕੇ 20 ਮਿੰਟ ਰੁਕਣ ਤੋਂ ਬਾਅਦ ਉਹਨਾਂ ਨੂੰ ਵਾਪਸ ਆਉਣਾ ਪਿਆ, ਜਿਹਦੇ ਵਿੱਚ ਅਸੀਂ ਕਹਿ ਵੀ ਸਕਦੇ ਕਿ ਇੱਕ ਉਹਨਾਂ ਦੀ ਸੁਰੱਖਿਆ ਦੇ ਵਿੱਚ ਬਹੁਤ ਵੱਡੀ ਚੂਕ ਹੋਈ ਹੈ। ਸਾਰੇ ਚੈਨਲਸ ਇਸ ਵੇਲੇ ਅੱਜ ਕਿੰਨੇ ਦਿਨ ਹੋ ਗਏ ਆ, ਲਗਾਤਾਰ ਇਹੀ ਗੱਲਾਂ ਚੱਲ ਰਹੀਆਂ ਨੇ। ਮੇਰਾ ਸਵਾਲ ਤੁਹਾਡੇ ਤੋਂ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਇੱਕ ਵੱਡਾ ਦਿਲ ਦਿਖਾਉਂਦੇ ਹੋਏ ਤਿੰਨੋਂ ਖੇਤੀ ਕਾਨੂੰਨ ਵੀ ਵਾਪਸ ਲਏ, ਜਿਸ ਤੋਂ ਬਾਅਦ ਕਿਸਾਨ ਵਾਪਸ ਪੰਜਾਬ ਵਿੱਚ ਵੀ ਆ ਗਏ, ਲੇਕਿਨ ਉਸ ਤੋਂ ਬਾਅਦ ਵੀ 5 ਤਰੀਕ ਨੂੰ ਫਿਰ ਦੁਬਾਰਾ ਤੋਂ ਕਿਸਾਨਾਂ ਵੱਲੋਂ ਉਹਨਾਂ ਦਾ ਘਿਰਾਓ ਕੀਤਾ ਗਿਆ। ਕੀ ਲੱਗਦਾ ਹੈ, ਇਹ ਪੰਜਾਬ ਸਰਕਾਰ ਵੱਲੋਂ ਨਾਕਾਮੀ ਸੀ ਉਹਨਾਂ ਦੀ ਸੁਰੱਖਿਆ ਵਿੱਚ, ਜਾਂ ਕੋਈ ਸਾਜ਼ਿਸ਼ ਸੀਗੀ, ਤੇ ਭਾਰਤੀ ਜਨਤਾ ਪਾਰਟੀ ਦਾ ਇਹਦੇ ਬਾਰੇ ਕੀ ਸਟੈਂਡ ਹੋਏਗਾ? ਦੇਖੋ ਸੁਨੀਲ ਜੀ, ਮੈਂ ਇਸ ਵਿਸ਼ੇ ਦੇ ਵਿੱਚ ਇਹ ਵੀ ਕਹਿਣਾ ਚਾਹਾਂਗਾ ਕਿ ਕੱਲ ਹੀ ਪ੍ਰਧਾਨ ਮੰਤਰੀ ਵੱਲੋਂ ਅਨਾਉਂਸਮੈਂਟ ਹੋਈ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਯਾਦ ਦੇ ਵਿੱਚ ਵੀਰ ਬਾਲ ਦਿਵਸ ਮਨਾਇਆ ਜਾਏਗਾ, ਔਰ ਇਹਦਾ ਬਹੁਤ ਵੱਡਾ ਸਿਗਨੀਫੀਕੈਂਸ ਹੈਗਾ। ਉਹ ਇਸ ਤਰ੍ਹਾਂ ਹੈਗਾ ਕਿ ਅਗਰ ਕੋਈ ਸਾਡਾ ਬੱਚਾ ਮਦਰਾਸ ਦੇ ਵਿੱਚ ਹੈ, ਤਮਿਲਨਾਡੂ ਦੇ ਵਿੱਚ ਹੈ, ਪਹਿਲੀ ਦੂਸਰੀ ਕਲਾਸ ਦੇ ਵਿੱਚ ਪੜ੍ਹਦਾ ਹੈ, ਜਾਂ ਇਹ ਲਗਾ ਲਓ ਕਿ ਅਸਾਮ ਦੇ ਵਿੱਚ ਹੈ, ਨਾਗਾਲੈਂਡ ਦੇ ਵਿੱਚ ਹੈ, ਮਤਲਬ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ, ਕਿਸੇ ਵੀ ਕੋਨੇ ਦੇ ਵਿੱਚ ਛੋਟੇ ਬੱਚੇ ਬੈਠੇ ਨੇ, ਉਹਨਾਂ ਤੱਕ ਅਵੇਅਰਨੈਸ ਜੋ ਪੰਜਾਬ ਦਾ ਕਲਚਰ ਹੈ, ਜੋ ਉਹਨਾਂ ਦੀ ਕੰਟਰੀਬਿਊਸ਼ਨ ਹੈ, ਜੋ ਉਹਨਾਂ ਦਾ ਤਿਆਗ ਹੈ, ਜੋ ਉਹਨਾਂ ਦਾ ਸਮਰਪਣ ਹੈ, ਇਹ ਸਾਰਾ ਦਾ ਸਾਰਾ ਜਿਹੜਾ ਹੈਗਾ ਆ, ਉਹ ਦੇਸ਼ ਦੀ 150 ਕਰੋੜ ਜਨਤਾ ਦੇ ਕੋਲ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਔਰ ਇਸ ਦੇ ਲਈ ਬਹੁਤ ਵੱਡਾ ਇਨੀਸ਼ੀਏਟਿਵ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਲਿਆ, ਕਿਉਂਕਿ ਹਰ ਇੱਕ ਬੱਚਾ ਇਸ ਜਾਣਕਾਰੀ ਦੇ ਲਈ ਜਿਹੜਾ ਜਾਣਕਾਰੀ ਚਾਹੇਗਾ ਕਿ ਸਾਹਿਬਜ਼ਾਦਿਆਂ ਦੀ ਕੀ ਸ਼ਹਾਦਤ ਦੀ ਸੀਗੀ, ਉਹਨਾਂ ਨੇ ਕਿਸ ਤਰ੍ਹਾਂ ਤੇ ਆਪਣੇ ਆਪ ਨੂੰ ਸਮਰਪਿਤ ਕੀਤਾ ਇਸ ਦੇਸ਼ ਦੇ ਲਈ ਔਰ ਇੱਕ ਧਰਮ ਦੇ ਲਈ, ਜੋ ਅੱਜ ਤੱਕ ਜੋ ਚੀਜ਼ ਚਾਹੀਦੀ ਸੀਗੀ 70 ਸਾਲਾਂ ਦੇ ਵਿੱਚ ਉਹ ਨਹੀਂ ਹੋਈ, ਉਹ ਨਰਿੰਦਰ ਮੋਦੀ ਸਰਕਾਰ ਜਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੀਤੀ ਹੈ। ਲੇਕਿਨ ਪ੍ਰਧਾਨ ਮੰਤਰੀ ਜੀ ਦਾ ਵਿਰੋਧ ਹੋਇਆ, ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਦੇਖੋ, ਪ੍ਰਧਾਨ ਮੰਤਰੀ ਜੀ ਦਾ ਜਿਹੜਾ ਵਿਰੋਧ ਹੈਗਾ ਉਹ ਕਿਸਾਨਾਂ ਵੱਲੋਂ ਨਹੀਂ ਹੋਇਆ। ਜਿਹੜਾ ਕਿਸਾਨੀ ਕਾਨੂੰਨ ਵਾਪਸ ਲਿਆ ਸੀ, ਉਹ ਵੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਦੇ ਮੌਕੇ ਕੀਤਾ ਸੀ। ਹਾਂ ਬਿਲਕੁਲ, ਮੈਂ ਉਹੀ ਕਹਿ ਰਿਹਾ ਤੁਹਾਨੂੰ ਕਿ ਉਹ ਵਿਰੋਧ ਜਿਹੜਾ ਉਹ ਪ੍ਰਧਾਨ ਮੰਤਰੀ ਜੀ ਦਾ ਵਿਰੋਧ ਨਹੀਂ ਸੀਗਾ। ਕਿਸਾਨ ਦਿੱਲੀ ਤੋਂ ਵਾਪਸ ਆ ਗਏ ਸੀਗੇ। ਇਹ ਕਿਉਂਕਿ ਸਿਰਫ ਇੱਕ ਰਾਜਨੀਤੀ ਹੈਗੀ ਹੈ, ਤੇ ਕਾਂਗਰਸ ਰਾਜਨੀਤੀ ਖੇਲ ਕੇ ਉਹਨਾਂ ਦੇ ਮੋਢੇ ਦੇ ਉੱਪਰ ਬੰਦੂਕ ਰੱਖ ਕੇ ਜਾਂ ਉਹਨਾਂ ਦੇ ਮੋਢੇ ਦੇ ਉੱਪਰ ਆਪਣੀ ਲੜਾਈ ਲੜ ਰਹੀ ਹੈ। ਔਰ ਕਿਸਾਨ ਔਰ ਕਾਂਗਰਸ ਦੀ ਇਹ ਫਿਤਰਤ ਰਹੀ ਹੈ ਹਮੇਸ਼ਾ। 80 ਦੇ ਦਸ਼ਕ ਦੇ ਵਿੱਚ ਵੀ ਕਾਂਗਰਸ ਨੇ ਪੰਜਾਬੀਆਂ ਨੂੰ ਜਿਹੜਾ ਅੱਗੇ ਕਰ ਦਿੱਤਾ ਸੀਗਾ, ਅੱਗੇ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਲੇਬਲ ਕਰ ਦਿੱਤਾ ਕਿ ਇਹ ਤਾਂ ਆਤੰਕਵਾਦੀ ਹੈਗੇ। ਉਸ ਤੋਂ ਬਾਅਦ ਉਹਨਾਂ ਨੇ ਦਮਨ ਦੀ ਨੀਤੀ ਅਪਣਾਈ, ਤੇ ਇਹ ਜਿਹੜਾ ਹੈਗਾ ਇਹ ਇੱਕ ਜੋ ਕਾਂਗਰਸ ਸਰਕਾਰ ਹੈਗੀ ਆ ਉਹਨਾਂ ਦੀ ਇਹ ਨੀਤੀ ਰਹੀ ਆ, ਉਹਨੂੰ ਰਿਪੀਟ ਕਰ ਰਹੀ ਆ ਉਹ। ਲੇਕਿਨ ਭਾਰਤੀ ਜਨਤਾ ਪਾਰਟੀ ਹਮੇਸ਼ਾ ਜਿਹੜੀ ਹੈਗੀ ਆ ਉਹ ਪੰਜਾਬ ਦੇ ਨਾਲ ਖੜੀ ਹੋਈ ਆ, ਔਰ ਇਸੇ ਕਰਕੇ ਮੈਂ ਸਾਰਿਆਂ ਤੇ ਨਿਵੇਦਨ ਕਰਤਾ ਕਿ ਭਾਰਤੀ ਜਨਤਾ ਪਾਰਟੀ ਨੂੰ ਇੱਕ ਮੌਕਾ ਜ਼ਰੂਰ ਦਿੱਤਾ ਜਾਵੇ। ਇਹ ਸਨ ਰਜਿੰਦਰ ਸ਼ਰਮਾ ਜੀ, ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਮੈਂਬਰ ਤੇ ਗੜ੍ਹਸ਼ੰਕਰ ਵਿਧਾਨ ਸਭਾ ਸੀਟ ਤੋਂ ਚੁਣਾਵ ਲੜਨ ਦੇ ਦਾਅਵੇਦਾਰ, ਜਿਨ੍ਹਾਂ ਨੇ ਵਿਸਤਾਰ ਵੀ ਦੱਸਿਆ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਕੀ ਹੈ, ਤੇ ਅਸੀਂ ਰਿਪੋਰਟ ਕਾਰਡ ਵੀ ਉਹਨਾਂ ਕੋਲ ਜਾਣਿਆ। ਇਸੇ ਤਰੀਕੇ ਨਾਲ ਤੁਹਾਨੂੰ ਅਸੀਂ ਹੋਰ ਵੀ ਨੇਤਾਵਾਂ ਨਾਲ ਰੂਬਰੂ ਕਰਾਉਂਦੇ ਰਹਾਂਗੇ। ਦੇਖਦੇ ਰਹੋ ਸਾਡੇ ਕਾਰਿਆਕ੍ਰਮ ਨੂੰ, ਸਿੱਧੀ ਬਾਤ ਨੂੰ, ਅਖੰਡ ਕੇਸਰੀ ਚੈਨਲ ਦੇ ਵਿੱਚ। ਤੇ ਸਾਡਾ ਅੱਜ ਦਾ ਇਹ ਕਾਰਿਆਕ੍ਰਮ ਤੁਹਾਨੂੰ ਕਿਵੇਂ ਲੱਗਿਆ, ਆਪਣੇ ਕਮੈਂਟ ਵੀ ਸਾਨੂੰ ਦਿਓ। ਦੇਖਦੇ ਰਹੋ ਅਖੰਡ ਕੇਸਰੀ। ਸੁਨੀਲ ਕੁਕਰੇਤੀ ਦੇ ਨਾਲ ਬਹੁਤ ਬਹੁਤ ਸ਼ੁਕਰੀਆ।